बिस्मिल्लाहिर्रहमानिर्रहीम अस्सलाम वालेकुम। कैसे हो मेरे किसान भाइयों, उम्मीद करता हूँ आप सारे खैरियत से होंगे। मैं हूँ आपका दोस्त उमर यूसुफ और आप देख रहे हैं फार्मिंग बिजनेस इन्फो। मेरे एक व्यूवर्स ने रिक्वेस्ट की थी कि एक प्रॉपर जो है बफलो फार्मिंग के बारे में वीडियो बनाएं, तो आज बाहर बारिश हो रही थी लेकिन हम अपने व्यूवर्स की रिक्वेस्ट को पूरा करने के लिए बारिश में ही निकले हैं। तो आज हम माशाल्लाह एक डेयरी फार्म पे मौजूद हैं जिन्होंने माशाल्लाह 35 से 40 भैंसें रखी हुई हैं और अच्छा खासा जो महीना है वो मुनाफा कमाते हैं महीने में। तो आज की इस वीडियो में हम आपको बताएंगे क्या बंदा बाहर जाकर अच्छे पैसे कमा सकता है या यहाँ 35 से 40 भैंसें रखकर अपनी अच्छी ज़िंदगी गुजार सकता है। तो आज के मुकम्मल फिजिबिलिटी जानेंगे, तो वीडियो को एंड तक देखिएगा। अगर वीडियो पसंद आए तो इसको लाइक कीजिएगा, कमेंट्स बॉक्स में अपने कमेंट्स का इजहार लाजमी कीजिएगा और चैनल को लाजमी सब्सक्राइब कर दीजिएगा ताकि फार्मिंग बिजनेस की आने वाली वीडियो आप तक पहुँचती रहें। तो चलिए आइए भाई का इंटरव्यू स्टार्ट करते हैं और आप तक मालूमात शेयर करते हैं। भाई जन की हाल है? अल्लाह का शुक्र है। की नाम है प्यारे भाई का? खालिद परवेज। खालिद साहब किन्ने अरसे तू जानवरों का काम करते हो पे? सानू कोई तकरीबन जनाब हो गए ने कोई 20 तो 25 साल हो चले माशाल्लाह करदे। ਤੁਹਾਡਾ 20-25 साल का तजर्बा कैसा रहा है? शुक्र है अल्लाह का, ठीक है। ये काम करना आसान है कि मुश्किल है? काम करना तो बहुत मुश्किल है, आसान नहीं है। अच्छा, मतलब कि काम जानवरों का बहुत मुश्किल है। काम पट्ठे पाने वड्डने, मौसम खराब है उहदे विच मुश्किलात बड़ी आती है। पट्ठे लैके आते ने, मुलाजम रखे ने, एक काफ़ी जानवर ने, मुलाजम तुर जाते ने, बड़ी मुश्किल बनती है, परेशानी बन जाती है। अजकल ज़्यादा आवाम का ट्रेंड है कि वो बाहर जाते हैं। ਤੁਹਾਡੇ ਖਿਆਲ ਨਾਲ ਬਾਹਰ ਜਾਣਾ ਬਿਹਤਰ ਹੈ ਜਾਂ ਆਪਣੇ ਮੁਲਕ 'ਚ ਤੁਸੀਂ ਇਹ ਜਾਨਵਰਾਂ ਦਾ ਕੰਮ ਕਰ ਲਓ ਉਹ ਬਿਹਤਰ ਹੈ? ਬਾਹਰ ਜਾਣ ਨਾਲੋਂ ਤੇ ਮੁਲਕ 'ਚ ਜਾਨਵਰਾਂ ਦਾ ਹੀ ਕਰ ਲੈਣਾ ਬਿਹਤਰ ਹੈ। ਤੇ ਬਾਹਰੋਂ ਵਾਪਸ ਆ ਕੇ ਜਾਨਵਰਾਂ ਦਾ ਕਰਦੇ ਨੇ ਪਏ। ਇਹ ਤੋਂ ਪਹਿਲੇ ਜਾਨਵਰ ਵੇਚ ਕੇ ਸੇਲ ਕਰਕੇ ਲੋਕੀ ਬਾਹਰ ਜਾਂਦੇ ਨੇ, ਬਾਹਰੋਂ ਫਿਰ ਵਾਪਸ ਆਉਂਦੇ ਨੇ, ਆ ਕੇ ਫਿਰ ਜਾਨਵਰਾਂ ਦਾ ਹੀ ਕੰਮ ਪੇ ਕਰਦੇ ਨੇ। ਤੇ ਉਹਨਾਂ ਨਾਲੋਂ ਵੇਖ ਕੇ ਫਿਰ ਸਾਡਾ ਵੀ ਦਿਲ ਇਹੀ ਕਰਦਾ ਕਿ ਜਾਨਵਰਾਂ ਦਾ ਹੀ ਕੰਮ ਠੀਕ ਹੈ ਤਾਂ ਕੰਮ ਮੁਸ਼ਕਲ ਹੈ ਜਿਹੀ ਫਿਰ ਉਹ ਇਹ ਵੇਖ ਕੇ ਤੇ ਫਿਰ ਜਾਨਵਰਾਂ ਦਾ ਹੀ ਕਰੀ ਜਾਂਦੇ। ਅੱਛਾ, ਯਾਨੀ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਵੇਖਿਆ ਉਹਨਾਂ ਪਹਿਲੇ ਜਾਨਵਰ ਵੇਚੇ, ਬਾਹਰ ਗਏ, ਫਿਰ ਬਾਹਰੋਂ ਆ ਕੇ ਉਹਨਾਂ ਇਹ ਕੰਮ ਸ਼ੁਰੂ ਕਰ ਲਿਆ। ਬਾਹਰੋਂ ਆ ਕੇ ਉਹਨਾਂ ਫਿਰ ਜਾਨਵਰਾਂ ਦਾ ਹੀ ਸ਼ੁਰੂ ਕਰ ਲਿਆ। ਤੁਹਾਡੇ ਕਹਿਣ ਦਾ ਮਕਸਦ ਇਹ ਹੋਇਆ ਕਿ ਬਾਹਰ ਜਾਣੋਂ ਬਿਹਤਰ ਹੈ ਤੁਸੀਂ ਆਪਣੇ ਮੁਲਕ 'ਚ ਇਹ ਕੰਮ ਕਰ ਲਓ। ਆਪਣੇ ਮੁਲਕ 'ਚ ਹੀ ਕਰ ਲਈਏ, ਚਲੋ ਬਿਹਤਰ ਹੈ ਕਿ ਬਾਹਰ ਤੇ ਨਹੀਂ ਨਾ, ਪ੍ਰਦੇਸ਼ ਤੇ ਨਹੀਂ ਨਾ ਹੈ। ਇਸ ਤੋਂ ਬਿਹਤਰ ਹੈ ਕਿ ਕੰਮ ਜਿਹੜਾ ਨਾ ਆਪਣੇ ਮੁਲਕ 'ਚ ਹੀ ਠੀਕ ਹੈ। ਤੁਸੀਂ ਜ਼ਿਕਰ ਕੀਤਾ ਮੁਲਕ 'ਚ ਹੀ ਹਨ ਜੀ, ਤੁਸੀਂ ਕਿਹਾ ਕਿ ਇਹ ਕੰਮ ਮੁਸ਼ਕਲ ਹੈ। ਤੁਹਾਡੇ ਕੰਮ ਵਿੱਚ ਕਿਹੜੀ ਕਿਹੜੀ ਮੁਸ਼ਕਲਾਤ ਨੇ? ਮੁਸ਼ਕਲਾਤ ਨੇ, ਪੱਠੇ ਲੈਣ ਵੱਢਣ ਜਾਈਦੇ ਨੇ, ਉੱਤੇ ਵੱਢਣੇ ਮੁਸ਼ਕਲ ਨੇ, ਫਿਰ ਲਿਆ ਕੇ ਪਾਉਣਾ, ਮੌਸਮ ਖਰਾਬ ਹੋ ਜਾਏ ਉਹ ਗੋਬਰ ਜੋਬਰ ਚੁੱਕਣਾ ਬਹੁਤ ਮੁਸ਼ਕਲ ਹੈ। ਅੱਛਾ, ਯਾਨੀ ਕਿ ਪੱਠੇ ਵੱਢਣ ਦੀ ਮੁਸ਼ਕਲਾਤ ਹੈ। ਅੱਜ ਕੱਲ੍ਹ ਤੇ ਜਦੀਦ ਦੌਰ ਹੈ, ਇਹ ਪੱਠੇ ਵੱਢਣ ਵਾਸਤੇ ਮਸ਼ੀਨਾਂ ਵੀ ਆ ਗਈਆਂ ਨੇ। ਅਗਰ ਬੰਦਾ ਉਹ ਮਸ਼ੀਨਾਂ ਖਰੀਦ ਲੇ ਫਿਰ ਕੋਈ ਆਸਾਨੀ ਨਹੀਂ ਪੈਦਾ ਹੋ ਸਕਦੀ? ਕੁਛ ਆਸਾਨੀ ਪੈਦਾ ਹੁੰਦੀ ਹੈ, ਪਰ ਕੁਛ ਪੱਠੇ ਨੇ ਉਹ ਮਸ਼ੀਨਾਂ ਨਾਲ ਨਹੀਂ ਵੱਢੇ ਜਾਂਦੇ, ਉਹ ਹੱਥਾਂ ਨਾਲ ਹੀ ਵੱਢਣੇ ਪੈਂਦੇ ਨੇ। ਤੋ ਇਸ ਵਜ੍ਹਾ ਤੋਂ ਜਿਹੜਾ ਨਾ ਮਸ਼ੀਨਾਂ ਵੀ ਹੈ ਨੇ ਪਰ ਲੋਕ ਕਈ ਪੱਠਿਆਂ ਤੇ ਇਸਤੇਮਾਲ ਹੀ ਨਹੀਂ ਹੁੰਦੀਆਂ ਜੀ, ਉਹ ਫਿਰ ਹੱਥਾਂ ਨਾਲ ਕੰਮ ਚਲਾਉਣਾ ਪੈਂਦਾ। ਤੇ ਇਸ ਟਾਈਮ ਕਿੰਨੇ ਜਾਨਵਰ ਨੇ ਤੁਹਾਡੇ ਕੋਲ? ਸਾਡੇ ਕੋਲ ਤਾਂ ਕੋਈ 35-40 ਜਾਨਵਰ ਨੇ ਫਿਰ। ਮਾਸ਼ਾਅੱਲਾ। ਤੇ ਕਿੰਨੇ ਜਾਨਵਰਾਂ ਤੋਂ ਇਹ ਕੰਮ ਸ਼ੁਰੂ ਕੀਤਾ ਹਜੇ? ਅਸੀਂ ਤਾਂ ਕੋਈ 8-10 ਜਾਨਵਰ ਸਨ ਪਹਿਲੇ, ਉਹਨਾਂ ਤੋਂ ਸਟਾਰਟ ਕੀਤਾ ਸੀ। ਤੇ ਕੋਈ ਸੇਲ ਵੀ ਕਰਦੇ ਹੋ? ਹਾਂ, ਸੇਲ ਵੀ ਕਰੀਦੇ ਨੇ। ਇਹ ਕਿਹੜੇ ਜਾਨਵਰ ਸੇਲ ਕਰਦੇ ਹੋ? ਜਿਹੜੀਆਂ ਫੰਡਰ ਮੱਝਾਂ ਨੇ ਜਾਂ ਦੂਸਰੇ ਵੀ ਕੋਈ? ਨਹੀਂ, ਫੰਡਰ ਹੀ ਸੇਲ ਕਰੀਦੀਆਂ ਨੇ। ਉਹ ਕਿੰਨਾ ਕੁ ਦੁੱਧ ਦਿੰਦੀਆਂ ਨੇ ਫਿਰ ਤੁਸੀਂ ਉਹਨਾਂ ਨੂੰ ਸੇਲ ਕਰ ਦਿੰਦੇ ਹੋ? ਇਹ ਕੋਈ 2-3 ਕਿਲੋ ਜਦੋਂ ਦਿੰਦੀਆਂ ਨੇ ਫਿਰ ਉਹ ਖਰਚਾ ਆਪਣਾ ਵੀ ਨਹੀਂ ਪੂਰਾ ਕਰਦੀਆਂ ਜੀ, ਫਿਰ ਉਹ ਸੇਲ ਕਰਨੀਆਂ ਪੈਂਦੀਆਂ ਨੇ। ਤੇ ਉਹ ਜਿਹੜੀ 2-3 ਕਿਲੋ ਮੈਂ ਦੁੱਧ ਦਿੰਦੀ ਏ ਉਹ ਕਿੰਨੇ ਕੁ ਦੀ ਸੇਲ ਹੋ ਜਾਂਦੀ ਜੇ? ਉਹ ਸੱਜਰੀ ਤੇ ਅਸੀਂ ਲੈਂਦੇ ਆ 2-2.5 ਲੱਖ ਦੀ ਜੀ। 2 ਦੀ, 2.25 ਦੀ, 2.25 ਦੀ ਇੱਥੇ ਲਈਦੀ ਹੈ। ਤੇ ਉਹ ਸੇਲ ਹੁੰਦੀ ਹੈ 90 ਦੀ, 80 ਦੀ, 70 ਦੀ। ਅੱਛਾ, 80-90 ਦੀ ਸੇਲ ਹੁੰਦੀ ਏ। ਹਾਂਜੀ। ਤੇ ਉਹ ਜਿਹੜੀ ਤੁਸੀਂ 2-2.5 ਲੱਖ ਦੀ ਮੈਂ ਲਈ ਹੁੰਦੀ ਏ ਉਹ ਆਪਣੇ ਸੂਬੇ 'ਚ ਤੁਹਾਨੂੰ ਕਿੰਨਾ ਕੁ ਫਾਇਦਾ ਦੇ ਗਈ ਹੁੰਦੀ ਏ ਜਿਹੜੀ ਬਾਅਦ 'ਚ 90,000 ਦੀ ਸੇਲ ਹੁੰਦੀ ਏ? ਸੂਬੇ ਦਾ ਉਹ ਖਰਚੇ ਖੁਰਚੇ ਕੱਢ ਕੇ ਤੇ ਕੋਈ ਐਕਸੀਮੈਂਟ ਨਹੀਂ ਲਾਈਦਾ, ਉਹ ਜਿਹੜਾ ਅੰਦਾਜ਼ਾ ਹੀ ਹੈ ਕਿ ਚਲੋ ਫਿਰ ਵੀ ਜਿਹੜਾ ਨਾ ਕੰਮ ਠੀਕ ਹੀ ਰਹਿ ਜਾਂਦਾ। ਅੱਛਾ, ਕੋਈ ਬਚਤ ਦੇ ਹੀ ਜਾਂਦੀ ਦੇ ਹੈ? ਹੀ ਜਾਂਦੀ ਹੈ, 4 ਆਨੇ ਦੇ ਜਾਂਦੀ ਹਾਂ, ਹੈ। ਬਿਲਕੁਲ। ਤੇ ਤੁਸੀਂ ਆਪਣੇ ਫਾਰਮ ਤੇ ਕਿਹੜੀਆਂ ਮੱਝਾਂ ਰੱਖਦੇ ਹੋ? ਉਹ ਕਿੰਨਾ ਕੁ ਦੁੱਧ ਦੇਣ ਤੇ ਤੁਸੀਂ ਉਹਨਾਂ ਨੂੰ ਰੱਖਦੇ ਹੋ?
ਅਸੀਂ ਮਸਾਂ ਕਿ 15 14 15 12 14 ਕਿਲੋ ਤੱਕ ਬਾਜ ਰੱਖਦੇ ਹਾਂ। ਉਸ ਤੋਂ ਥੱਲੇ ਨਹੀਂ ਰੱਖਦੇ? ਉਸ ਤੋਂ ਥੱਲੇ ਨਹੀਂ ਰੱਖਦੇ, ਉਸ ਤੋਂ ਥੱਲੇ ਫਿਰ ਨੁਕਸਾਨ ਦਿੰਦੀਆਂ ਨੇ, ਫਿਰ ਉਹ ਸੇਲ ਕਰਦੇ। ਅੱਛਾ, ਤੁਹਾਡੇ ਮੁਤਾਬਕ ਮੈਂ ਕਮ ਸੇ ਕਮ 10 ਕਿਲੋ ਤੋਂ ਉੱਤੇ ਦੁੱਧ ਦੇ ਰਹੇ ਤੇ 10 ਫਿਰ ਤੋਂ ਉੱਤੇ ਹੀ ਰੂਟੀਨ ਹੋਵੇ ਤੇ ਤਾਂ ਹੀ ਬਚਤ ਆਉਂਦੀ ਹੈ। ਇਸ ਤੋਂ ਥੱਲੇ ਖਰਚੇ ਨੇ ਬਹੁਤ ਜ਼ਿਆਦਾ ਨੇ, ਨਹੀਂ ਪੂਰੇ ਹੁੰਦੇ। ਰੇਟ ਦੁੱਧ ਦਾ ਬਹੁਤ ਘੱਟ ਹੈ, ਦੁੱਧ ਜਿਹੜਾ ਨਾ ਉਹ ਖਰਚੇ ਬਹੁਤ ਜ਼ਿਆਦਾ ਨੇ। ਮੁਲਾਜ਼ਮਾਂ ਦੀਆਂ ਤਨਖਾਹਾਂ, ਪੱਠਿਆਂ ਦੇ ਖਰਚੇ, ਤੇ ਉਹਦੀ ਵਜ੍ਹਾ ਤੋਂ ਜਿਹੜਾ ਨਾ ਜਾਨਵਰਾਂ ਦੀ ਕੀਮਤ ਵੀ ਡਾਊਨ ਹੋ ਜਾਂਦੀ ਹੈ। ਦੂਸਰੇ ਨੰਬਰ ਤੇ ਫਿਰ ਰੇਟ ਘਟਾ ਕੇ ਵੇਚਦੀਆਂ ਨੇ, ਤੇ ਉਹ ਜਿਹੜਾ ਨਾ ਨਹੀਂ ਕੰਮ ਠੀਕ ਨਹੀਂ ਬਣਦਾ। ਫਿਰ ਉਹਦੀ ਜਿਹੜਾ ਨਾ ਆਪਣਾ ਦੁੱਧ ਦਾ ਰੇਟ ਜਿਹੜਾ ਉਹ ਬਹੁਤ ਡਾਊਨ ਹੈ। 80 ਰੁਪਏ 70 ਰੁਪਏ ਰੇਟ ਹੈ। ਇਹ ਤੁਸੀਂ ਦੁੱਧ ਹੀ ਨੂੰ ਦਿੰਦੇ ਹੋ? ਹਾਂਜੀ, ਦੁੱਧ ਹੀ ਨੂੰ ਦਿੰਦੇ ਨੇ। ਅੱਛਾ ਹਾਲਤ ਭਾਈ, ਇੱਕ ਚੰਗੀ ਜਿਹੜੀ ਮੱਝ ਹੈ ਉਹ ਕਿੰਨਾ ਦੁੱਧ ਦੇ ਦਿੰਦੀ ਹੈ ਜਾਂ ਨਾਰਮਲ ਇੱਕ ਜਿਹੜੀ ਹੈ? ਖਰਚੇ ਦੀ ਗੱਲ ਕੀਤੀ ਹੈ ਦੱਸਾਂ, ਦੁੱਧ ਮੱਝ ਕਿੰਨਾ ਦੇ ਦਿੰਦੀ ਹੈ ਚੰਗੀ ਮੱਝ ਜਿਹੜੀ ਹੈ ਕਿ ਦੁੱਧ ਰੋਜ਼ਾਨਾ ਦਾ? ਮਸਲਨ ਸਾਡੇ ਕੋਲ ਜਿਹੜੀ ਚੰਗੀ ਤੋਂ ਚੰਗੀ ਉਹ ਤੇ 15 14 15 ਕਿਲੋ ਦੇ ਰਹੀ ਹੈ, 16 ਕਿਲੋ ਠੀਕ ਹੈ। ਬਸ। ਤੇ ਉਸ ਤੋਂ ਅੱਛੀਆਂ ਵੀ ਹੈ ਨੇ, ਉਹ ਬਸ ਉਹਨਾਂ ਦੀ ਫਿਰ ਕੀਮਤ ਬਹੁਤ ਜ਼ਿਆਦਾ ਹੋ ਜਾਂਦੀ, ਉਹ ਸਾਡੇ ਕੋਲ ਨੁਕਸਾਨ ਬਹੁਤ ਕਰਦੀਆਂ ਨੇ ਆ ਕੇ। ਉਹ ਫਿਰ 2.5 ਤੋਂ 3 4 ਲੱਖ ਦੀ ਮੱਝ ਤੋਂ ਫਿਰ ਸਾਡੇ ਕੋਲ ਨੁਕਸਾਨ ਹੁੰਦਾ ਬਹੁਤ ਜ਼ਿਆਦਾ। ਫਿਰ ਉਹ ਵੇਖਦੀ, ਫਿਰ ਉਹ ਵੀ 70 80 ਹਜ਼ਾਰ ਦੀ ਹੋਈ ਖੰਗੜੀ। ਨੁਕਸਾਨ ਕਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ? ਨੁਕਸਾਨ ਕਿਸ ਹਿਸਾਬ ਨਾਲ ਹੁੰਦਾ? ਨੁਕਸਾਨ ਇਹ ਹੁੰਦਾ ਨਾ ਕਿ ਫਿਰ ਉਹ ਜਦੋਂ ਖੰਗੜੀ ਹੋਈ ਹੈ, ਅੱਗੋਂ ਨਵੀਂ ਨਹੀਂ ਹੁੰਦੀ, ਖਰਾਲ ਹੋ ਜਾਂਦੀ ਹੈ ਤੇ ਸੁਆ ਨਹੀਂ ਦਿੰਦੀ, ਤੇ ਫਿਰ ਉਹ ਵੇਚਣੀ ਪੈਂਦੀ ਹੈ। ਇੱਕ ਮੱਝ ਜਿਹੜੀ ਹੈ ਕਿੰਨੀ ਦੇਰ ਦੁੱਧ ਦਿੰਦੀ ਹੈ ਚੰਗੀ ਮੱਝ ਜਿਹੜੀ ਹੈ? ਦੁੱਧ ਤਕਰੀਬਨ ਜਿਹੜਾ ਨਾ ਤੇ ਸਹੀ ਜਿਹੜਾ ਰੂਟੀਨ ਨਾਲ ਦਿੰਦੀਆਂ ਨੇ ਨਾ, ਉਹ ਤੋਂ 4-5 ਮਹੀਨੇ ਦਿੰਦੀਆਂ ਸਹੀ। ਉਸ ਤੋਂ ਅੱਗੇ ਫਿਰ ਉਹ ਘਟਣਾ ਸ਼ੁਰੂ ਹੋ ਜਾਂਦਾ ਮਜ਼ੀਦ। ਫਿਰ ਉਹ ਨਹੀਂ ਐਵਰੇਜ ਨਹੀਂ ਆਪਣੀ ਪੂਰੀ ਕਰਦੀਆਂ, ਖਰਚੇ ਨਹੀਂ ਬਣਾਉਂਦੀਆਂ। ਰੇਟ ਦੁੱਧ ਦਾ ਘੱਟ ਹੈ, ਉਹਦੀ ਵਜ੍ਹਾ ਨਾਲ ਫਿਰ ਪੈਸੇ ਨਹੀਂ ਪੂਰੇ ਹੁੰਦੇ, ਫਿਰ ਉਹ ਵੇਚਣੀ ਹੈ, ਮਜਬੂਰੀ ਬਣ ਜਾਂਦੀ ਹੈ ਫਿਰ ਵੇਚਣੀ। ਅੱਛਾ, ਅਗਰ ਇੱਕ ਚੰਗੀ ਮੱਝ ਦੀ ਬਚਤ ਦੀ ਗੱਲ ਕੀਤੀ ਜਾਏ ਤੇ ਮੱਝ ਰੋਜ਼ਾਨਾ ਦਾ ਖਰਚਾ ਕਿੰਨਾ ਕਰ ਦਿੰਦੀ ਹੈ ਤੇ ਬਚਤ ਰੋਜ਼ਾਨਾ ਦੀ ਕਿੰਨੀ ਦੇ ਹਟਦੀ ਹੈ? ਰੋਜ਼ਾਨਾ ਦਾ ਤਕਰੀਬਨ ਮੱਝ ਜਿਹੜੀ ਹੈ ਨਾ, ਸਿਰਫ ਪੱਠਿਆਂ ਦਾ ਤੇ ਜਿਹੜਾ ਨਾ ਵੰਡੇ ਛੰਡੇ ਦਾ ਮਹੀਨੇ ਦਾ ਮੇਰੇ ਹਿਸਾਬ ਨਾਲ ਜਿਹੜਾ ਨਾ ਕੋਈ 15 ਤੋਂ 18 ਹਜ਼ਾਰ ਰੁਪਇਆ ਖਰਚਾ ਮੱਝ ਦਾ ਆ ਜਾਂਦਾ। ਅੱਛਾ, ਠੀਕ ਹੋ ਗਿਆ। 15-18 ਹਜ਼ਾਰ ਰੁਪਇਆ ਮੱਝ ਦਾ ਖਰਚਾ ਆ ਜਾਂਦਾ, ਪੱਠਿਆਂ ਦਾ ਤੇ ਸਿਰਫ ਵੰਡੇ ਦਾ। ਫਿਰ ਉਹਦੇ ਉੱਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਨੇ, ਆਪਣੀ ਵੀ ਕਰੀਦਾ ਦੌੜ ਭੱਜ, ਤੋਂ ਫਿਰ ਕਾਫੀ ਖਰਚਾ ਆ ਜਾਂਦਾ, 18-20 ਹਜ਼ਾਰ ਤੋਂ ਉੱਤੇ ਆ ਜਾਂਦਾ। ਅੱਛਾ ਸਰ, ਜਿਹੜੀ ਮੈਂ ਤੁਹਾਡਾ ਮਹੀਨੇ ਦਾ 15 ਤੋਂ 18 ਹਜ਼ਾਰ ਖਰਚਾ ਕਰਾਂਦੀ ਹੈ, ਇਹ ਤੁਹਾਨੂੰ ਮਹੀਨੇ ਬਾਅਦ ਕਿੰਨੇ ਪੈਸੇ ਜਾਂ ਕਿੰਨੇ ਬਚਤ ਦੇ ਜਾਂਦੀ ਹੈ? ਇਹ ਮਸਾਂ ਕਿ ਹਿਸਾਬ ਨਹੀਂ ਜਰਾ ਅੰਦਾਜ਼ਨ ਹੀ ਸਰ ਦੱਸੋ, ਅੰਦਾਜ਼ਨ ਦਾ ਇਹ ਵੇ ਕਿ 20-25 ਹਜ਼ਾਰ ਰੁਪਇਆ ਖਰਚਾ ਆ ਜਾਂਦਾ ਮੱਝ ਦਾ ਮਹੀਨੇ ਦਾ, ਤੇ ਤਕਰੀਬਨ ਜਿਹੜਾ ਨਾ ਕੋਈ 60-70 ਹਜ਼ਾਰ ਬਣ ਜਾਂਦਾ ਦੁੱਧ ਦਾ ਇੱਕ ਮੈਂ ਦਾ, ਇੱਕ ਮੱਝ ਦਾ। ਯਾਨੀ ਜਿੰਨਾ ਖਾਂਦੀ ਹੈ ਓਨੀ ਬਚਤ ਦੇਈ ਜਾਂਦੀ ਹੈ। ਹਾਂਜੀ, ਜੇ ਉਹਦਾ 400 ਖਰਚਾ ਹੈ ਤੇ ਉਹਨੂੰ ਰੋਜ਼ਾਨਾ ਦਾ 400 ਦੇਈ ਜਾਣਾ। ਬਿਲਕੁਲ। 800 ਦਾ ਦੁੱਧ ਦੇ ਦੀ ਤੇ ਉਹ 400 ਦਾ ਉਹਨੇ ਖਾਈ ਜਾਣਾ, 400 ਬਚਤ। 460 ਤੇ ਜਿਹੜਾ ਉਹਦਾ ਜਾ ਹੁੰਦਾ ਹੈ ਉਹ ਤੁਸੀਂ ਕਿੰਨੀ ਉਮਰ ਦਾ ਜਾਂ ਕਿੰਨੇ ਮਹੀਨੇ ਦਾ ਸੇਲ ਕਰਦੇ ਹੋ? ਅਸੀਂ ਉਹ ਤਕਰੀਬਨ ਪਾਲਨੇ ਆ, ਪਾਲਣ ਤੋਂ ਫਿਰ ਬਾਅਦ ਚ ਜਿਹੜਾ ਕੋਈ ਨਹੀਂ ਸਾਡੇ ਕੋਲ ਸਾਂਭੇ ਜਾਂਦੇ, ਕਮਜ਼ੋਰ ਜ਼ਿਆਦਾ ਹੋ ਜਾਂਦੇ ਨੇ, ਤੇ ਉਹ ਫਿਰ ਸੇਲ ਕਰ ਦਈਦੇ ਨੇ, ਉਹ ਨਹੀਂ ਰੱਖੀਦੇ। ਉਹ ਕਿੰਨੀ ਕੁ ਉਮਰ ਦੇ ਸੇਲ ਕਰਦੇ ਹੋ? ਉਹ ਕਰੀਦੇ ਨੇ ਜਨਾਬ ਕੋਈ ਸਾਲ ਦਾ, ਕੋਈ 1.5 ਦਾ। ਸਾਲ ਦਾ ਜਿਹੜਾ ਮੈਂ ਦਾ ਕੱਟਿਆ ਉਹ ਕਿੰਨੇ ਦਾ ਸੇਲ ਹੋ ਜਾਂਦਾ? ਸਾਲ ਦਾ ਜਿਹੜਾ ਉਹ ਤਕਰੀਬਨ ਹੋ ਜਾਂਦਾ ਕੋਈ 18,000 20,000 ਦਾ ਸਾਲ ਦਾ। ਹਾਂ, ਉਹਦੀ ਮਸਾਂ ਕਿ ਸਿਹਤ ਦੇ ਹਿਸਾਬ ਨਾਲ। ਅਗਰ ਸਿਹਤ ਅੱਛੀ ਹੋਏ ਦੀ ਫਿਰ ਜ਼ਿਆਦਾ ਮਹਿੰਗਾ ਸੇਲ ਹੋਏਦਾ। ਤੇ ਜਿਹੜੀਆਂ ਮੱਝਾਂ ਰੱਖੀਆਂ ਜੇ, ਕਿਹੜੀ ਕਿਹੜੀ ਨਸਲ ਦੀਆਂ ਰੱਖੀਆਂ ਜੇ? ਸਾਡੇ ਕੋਲ ਕੁਝ ਨੇ ਹਾਸਲਪੁਰ ਦੀਆਂ ਨੇ, ਕੁਝ ਨੀਲੀ ਦੀਆਂ ਨੇ, ਦਰਿਆ ਬੁੱਢੇ ਦੀਆਂ ਨੇ, ਇਸ ਤਰ੍ਹਾਂ ਮੁਖਤਲਿਫ ਇਲਾਕਿਆਂ ਦੀਆਂ ਮੱਝਾਂ ਨੇ। ਉਹਨਾਂ ਦੇ ਮਸਾਂ ਕਿ ਦੁੱਧ ਜਿਹੜਾ ਨਾ ਸਾਡੇ ਇਲਾਕੇ 'ਚ ਆ ਕੇ ਤੇ ਜ਼ਿਆਦਾ ਦਿੰਦੀਆਂ ਨੇ। ਤੁਸੀਂ 3-4 ਨਸਲਾਂ ਦਾ ਜ਼ਿਕਰ ਕੀਤਾ ਹੈ ਤੇ ਇਹ 3-4 ਨਸਲਾਂ ਵਿੱਚੋਂ ਸਭ ਤੋਂ ਚੰਗੀ ਨਸਲ ਕਿਹੜੀ ਨਸਲ ਨੂੰ ਪਾਇਆ ਤੁਸੀਂ? ਇਹ ਨੀਲੀ ਨਸਲ ਵੀ, ਨੀਲੀ ਦੇ ਇਲਾਕੇ ਦੀ ਮੱਝ ਜਿਹੜੀ ਹੈ ਨਾ, ਇਹ ਸਾਡੇ ਇਲਾਕੇ 'ਚ ਆ ਕੇ ਸਹੀ ਮਸਾਂ ਕਿ ਦੁੱਧ ਦਿੰਦੀ ਹੈ। ਇਹ ਜ਼ਿਆਦਾ ਮਸਾਂ ਕਿ ਸਾਡੇ ਇਹਦੇ ਮਸ਼ਹੂਰ ਹੈ। ਅੱਛਾ, ਨੀਲੀ ਜਿਹੜਾ ਦਰਿਆ ਬੁੱਢੇ ਦਾ ਨਾਂ ਦੱਸਿਆ ਜੇ, ਪਹਿਲੀ ਦਫਾ ਨਾਂ ਸੁਣਿਆ। ਇਹ ਕਿਤਾ ਇਲਾਕਾ ਕੀ ਹਿਸਾਬ ਦੀ ਮੱਝ ਦੀ ਕੀ ਖਸੂਸੀਅਤ ਹੈ? ਇਹ
ਇਹ ਸਾਡੇ ਦਰਿਆ ਬੁੱਢੇ ਵਾਲੇ ਦੀਆਂ ਮੱਝਾਂ ਇੱਧਰ ਸਾਡੇ ਵੱਲ ਆ ਕੇ ਤੇ ਉਹ ਖੁਸ਼ਕ ਇਲਾਕੇ ਨੇ ਸਾਡੇ ਵੱਲ ਆ ਕੇ ਉਹ ਮੱਝਾਂ ਦੁੱਧ ਉਹਦੇ 10 ਕਿਲੋ ਦਿੰਦੀ ਹੈ, ਸਾਡੇ ਆ ਕੇ 12 14 ਕਿਲੋ 15 ਕਿਲੋ ਦਿੰਦੀ ਹੈ। ਸਾਡੇ ਵੱਲ ਉਹ ਮੌਸਮ ਦੇ ਤਬਦੀਲੀ ਹੈ, ਉਹਦੀ ਵਜ੍ਹਾ ਨਾਲ ਕੋਈ ਸਾਡੇ ਕੋਈ ਇਸ ਤਰ੍ਹਾਂ ਦੇ ਨੇ ਮਤਲਬ ਪਾਣੀ ਦੇ ਕੁਝ ਤੇ ਹਿਸਾਬ ਕਿਤਾਬ ਇਸ ਤਰ੍ਹਾਂ ਦਾ। ਅੱਜ ਕੱਲ ਮੌਸਮ ਦੀ ਬੜੀ ਚੇਂਜਿੰਗ ਹੋਈ ਹੈ, ਬਾਰਿਸ਼ ਬੁਰਸ਼ ਹੋ ਰਹੀ ਹੈ, ਤੇ ਕੀ ਰੋਜ਼ਾਨਾ ਦੀ ਰੁਟੀਨ ਰੱਖੀ ਜਾਏ ਇਸ ਬਾਰਿਸ਼ ਦੇ ਮੌਸਮ ਦੇ ਵਿੱਚ ਇਹਨਾਂ ਦੀ ਮੱਝਾਂ ਦੀ ਕੀ ਰੋਜ਼ਾਨਾ ਦੀ ਰੁਟੀਨ ਰੱਖੀ ਜਾਏ ਮਸਲਨ ਖਾਣ ਪੀਣ ਦੇ ਹਵਾਲੇ ਨਾਲ? ਖਾਣ ਪੀਣ ਦਾ ਮਸਲਨ ਇਹੀ ਹੈ, ਇਹਦੇ ਨਾਲ ਪਾਉਂਦੇ ਜੇ ਪਰਾਲੀ ਅੱਛਾ ਸਟਾਲਾ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਬੰਡਾ ਛੰਡਾ ਪਾਈਦਾ, ਨਾਲ ਚੋਈਦੀਆਂ ਨੇ, ਉਹਦੇ ਬੰਡੇ ਤੇ ਚੋਈਦੀਆਂ ਨੇ ਬੰਡਾ ਛੰਡਾ। ਬੱਦਲ ਜੇ ਮੌਸਮ ਡੰਗਰ ਤੇ ਤੰਗ ਹੁੰਦੇ ਨੇ, ਤੇ ਦੁੱਧ ਵੀ ਕੋਈ ਫਰਕ ਪਾਉਂਦੇ ਨੇ ਕਿ ਨਹੀਂ, ਘਟਦਾ ਵੱਧਦਾ? ਦੁੱਧ ਵੀ ਘਟ ਜਾਂਦਾ, ਮੌਸਮ ਦੇ ਤਬਦੀਲੀ ਨਾਲ ਦੁੱਧ ਵੀ ਘਟਦਾ, ਦੁੱਧ ਵੀ ਘਟ ਜਾਂਦਾ। ਗਾਈਆਂ ਤੁਸੀਂ 3-4 ਰੱਖੀਆਂ ਵਿੱਚ ਸਾਨੂੰ ਨਜ਼ਰ ਆ ਰਹੀਆਂ ਨੇ, ਇਹਦੀ ਕੀ ਖਾਸ ਵਜ੍ਹਾ ਵਿੱਚ ਰੱਖਣ ਦੀ? ਸਾਰੀ ਮੱਝਾਂ ਕਿਉਂ ਨਹੀਂ ਰੱਖੀਆਂ? ਸਾਰੀਆਂ ਮੱਝਾਂ ਤੋਂ ਮੁਰਾਦ ਗਾਈਆਂ ਜਿਹੜੇ ਦੁੱਧ ਜ਼ਿਆਦਾ ਦਿੰਦੀਆਂ ਨੇ ਮੱਝਾਂ ਨਾਲੋਂ, ਤੋਂ ਫਿਰ ਦੁੱਧ ਦੇਣਾ ਹੁੰਦਾ ਦੋਧੀਆਂ ਨੂੰ, ਤੇ ਉਹਦੀ ਵਜ੍ਹਾ ਤੋਂ ਦੁੱਧ ਉਹ 2-4 ਕਿਲੋ ਵੱਧ ਦਿੰਦੀਆਂ ਨੇ। ਉਹ ਫਿਰ 20-25 ਮੱਝਾਂ ਦੇ ਵਿੱਚ ਕੋਈ 5-4 ਗਾਈਆਂ ਰੱਖ ਲਈਦੀਆਂ ਨੇ, ਉਹ ਈਜ਼ੀ ਦੁੱਧ ਜਿਹੜਾ ਨਾ ਮਸਲ ਲੈ ਜਾਂਦੇ ਨੇ ਦੁੱਧ ਦੀ। ਜੇ ਜ਼ਿਆਦਾ ਗਾਈਆਂ ਰੱਖੀਏ ਤਾਂ ਫਿਰ ਉਹ ਦੁੱਧ ਨਹੀਂ ਲੈਂਦੇ, ਮੱਝਾਂ ਦਾ ਜ਼ਿਆਦਾ ਲੈਂਦੇ। ਅੱਛਾ ਭਾਈ ਹਾਲਾ ਦਾ ਜਿਹੜੇ ਤੁਸੀਂ 10 ਮੱਝਾਂ ਦਾ ਸਫ਼ਰ ਆਪਣਾ ਸ਼ੁਰੂ ਕੀਤਾ ਸੀ ਇਸ ਕਾਰੋਬਾਰ ਦਾ, ਤੇ ਇਸ 35-40 ਡੰਗਰ ਬਣਾਉਣ ਦਾ ਕਿੰਨਾ ਅਰਸਾ ਲੱਗ ਗਿਆ ਸਾਜੇ? ਸਾਨੂੰ ਤਕਰੀਬਨ ਐਸਾ ਤੇ ਥੋੜਾ ਹੀ ਲੱਗਾ ਸੀ। ਉਸ ਤੋਂ ਬਾਅਦ ਫਿਰ ਅਸੀਂ ਆਪ ਹੀ ਮਸਾਂ ਕੋ ਹੋਰ ਮਾਮਲੇ ਕਾਰੋਬਾਰ ਮਸਾਂ ਕੇ ਨਾਲ ਸ਼ੁਰੂ ਕਰ ਲਏ ਸਨ। ਨਹੀਂ ਤੇ ਕੰਮ ਠੀਕ ਹੈ, ਸਾਨੂੰ ਕੋਈ ਮਸਾਂ ਕਿ 8-10 ਸਾਲ ਦੇ ਵਿੱਚ ਅਸੀਂ 35-40 ਮਈਆਂ ਬਣਾਈਆਂ ਸਨ। ਮਸਾਂ ਕਿ ਉਹ ਸਿਰਫ ਮਈਆਂ ਹੀ ਤੇ ਨਹੀਂ ਬਣਾਈਆਂ, ਉਸ ਤੋਂ ਇਲਾਵਾ ਵੀ ਤੇ ਕੰਮ ਕਰਦੇ ਰਹੇ ਹਨ। ਕਿਤੇ ਕੋਈ ਗੱਡੀ ਲੈ ਲਾ, ਕੋਈ ਮਸਾਂ ਕੋਈ ਮਕਾਨ ਬਣਾ ਲਾ ਕੇ, ਜਾਂ ਕੋਈ ਇਸ ਤਰ੍ਹਾਂ। ਅੱਛਾ ਇੱਕ ਬੜੀ ਅਹਿਮ ਗੱਲ ਸਾਨੂੰ ਪਤਾ ਲੱਗੀ ਸੀ ਕਿ ਤੁਸੀਂ ਜਿਹੜਾ ਦੁੱਧ ਦਾ ਕਾਰੋਬਾਰ ਨਾਲ ਸਟਾਰਟ ਕੀਤਾ ਵੇ, ਤੇ ਦੁੱਧ ਨੂੰ ਦੁੱਧ ਦਿੰਦੇ ਹੋ ਕਿ ਦੁੱਧ ਆਪ ਹੀ ਸ਼ਹਿਰ 'ਚ ਸੇਲ ਕਰਦੇ ਹੋ? ਪਹਿਲੇ ਦੁੱਧ ਸ਼ਹਿਰ ਆਪ ਹੀ ਖੜ ਕੇ ਸੇਲ ਕਰਦੇ ਸਾਂ, ਫਿਰ ਹੁਣ ਨਹੀਂ ਸ਼ਹਿਰ ਨਹੀਂ ਸੀ ਪਹੁੰਚਿਆ ਜਾਂਦਾ, ਤੇ ਫਿਰ ਹੁਣ ਇੱਥੇ ਦੁੱਧੀ ਨੂੰ ਦੇਈਦਾ, ਤੇ ਦੁੱਧੀ ਨੂੰ ਦੇਈਦਾ। ਦੁੱਧੀਆਂ ਦੇ ਰੇਟ ਬਹੁਤ ਘੱਟ ਨੇ, ਤੇ ਉਹਦੀ ਵਜ੍ਹਾ ਜਿਹੜੀ ਇਹਨਾਂ ਖਰਚੇ ਬਹੁਤ ਘੱਟ ਗਏ ਨੇ, ਨਹੀਂ ਪੂਰੇ ਹੁੰਦੇ ਪਏ। ਅੱਛਾ ਇੱਕ ਸਵਾਲ ਕਲੀਅਰ ਕਰ ਦਿਓ ਕਿ ਬੰਦਾ ਆਪਣੇ ਡੰਗਰ ਰੱਖ ਕੇ ਦੁੱਧ ਵੇਚਣਾ ਫਾਇਦਾ ਹੈ, ਜਾਂ ਡੇਰਾ ਚੁਆ ਕੇ ਤੇ ਬੰਦਾ ਦੁਕਾਨ ਪਾ ਲੈ ਸ਼ਹਿਰ ਉਹ ਫਾਇਦਾ ਹੈ? ਡੰਗਰ ਰੱਖ ਕੇ ਤੇ ਦੁੱਧ ਇੱਥੇ ਹੀ ਵੇਚਣਾ ਜਿਹੜਾ ਨਾ ਮੇਰੇ ਹਿਸਾਬ ਨਾਲ ਤੇ ਠੀਕ ਹੈ। ਜਿਹੜਾ ਦੁਕਾਨ ਪਾਣਾ ਜਾਂ ਸ਼ਹਿਰ ਦੁੱਧ ਖੜ ਕੇ ਵੇਚਣਾ, ਉਹਦੇ ਨਾਲੋਂ ਬਿਹਤਰ ਹੈ ਡੰਗਰ ਇੱਥੇ ਰੱਖ ਕੇ ਤੇ ਦੁੱਧ ਦੇ ਲੈਣਾ। ਤੇ ਇਹਨਾਂ ਜਾਨਵਰਾਂ ਵਾਸਤੇ ਸ਼ੈੱਡ ਜਿਹੜਾ ਬਣਾਇਆ ਜੇ, ਇਹਦੀ ਲੰਬਾਈ ਚੌੜਾਈ ਦਾ ਕੀ ਹਿਸਾਬ ਹੈ? ਕਿੰਨਾ ਵੇ ਲੰਬਾਈ ਤੇ ਕੀ ਚੌੜਾਈ ਜੇ? ਇਹ 75 ਫੁੱਟ ਲੰਬਾਈ ਹੈ, 45 ਫੁੱਟ ਦੀ ਚੜਾਈ ਜੇ। ਇਸ ਤੋਂ ਜ਼ਿਆਦਾ ਜਾਨਵਰ ਰੱਖੇ ਜਾ ਸਕਦੇ ਇਸ ਸ਼ੈੱਡ ਦੇ ਵਿੱਚ? ਇਸ ਤੋਂ ਜਾਨਵਰ ਜ਼ਿਆਦਾ ਵੀ ਰੱਖੇ ਜਾ ਸਕਦੇ ਨੇ, ਇਹਦੇ 'ਚ ਜਾਨਵਰ 10 ਤੋਂ 15 ਜਾਨਵਰ ਹੋਰ ਮਜ਼ੀਦ ਆ ਜਾਂਦੇ ਨੇ। ਤੁਹਾਡੇ ਕੋਲ ਭਾਈ ਜਾਨ 35 ਤੋਂ 40 ਜਾਨਵਰ ਨੇ ਵੱਡੇ, ਜੀ। ਤੁਹਾਨੂੰ ਉਹਨਾਂ ਤੋਂ ਮਹੀਨੇ ਦੀ ਕਿੰਨੀ ਕੁ ਬਚਤ ਹੋ ਰਹੀ ਹੈ? ਸਾਨੂੰ ਜਨਾਬ ਇਹਦੇ 'ਚ ਕੋਈ ਤਕਰੀਬਨ ਮਹੀਨੇ ਦਾ ਇੱਥੇ ਹਿਸਾਬ ਹੀ ਨਹੀਂ ਕਦੇ ਕੀਤਾ ਜਨਾਬ। ਅੰਦਾਜ਼ਾ ਨਹੀਂ ਸਰ ਦੱਸਣਾ, ਅੰਦਾਜ਼ਾ ਨਹੀਂ। ਇਹ ਵੇਖ ਸਾਡਾ ਦੁੱਧ ਹੋ ਜਾਂਦਾ ਕੋਈ 2.5 ਤੋਂ 3 ਮਣ ਦੋਵਾਂ ਟਾਈਮਾਂ ਦਾ, ਰੋਜ਼ਾਨਾ ਦਾ 3-4 ਮਣ ਹੋ ਜਾਂਦਾ, 2-2.5 ਮਣ ਇੱਕ ਟਾਈਮ ਦਾ ਹੋ ਜਾਂਦਾ। ਉਹ ਚਲੋ ਬਾਕੀ ਸਾਡੇ ਵੀ ਆਪੇ ਕੱਢ ਲੈਣੇ ਕਿੰਨਾ ਕੀ ਮੁਨਾਫਾ ਕੀ ਸੋਚਦਾ। ਅੱਛਾ ਮੁਲਾਜ਼ਮ ਰੱਖੇ, ਕਿੰਨੇ ਮੁਲਾਜ਼ਮ ਇਹਨਾਂ ਡੰਗਰਾਂ ਵਾਸਤੇ ਰੱਖੇ ਜੇ? ਇਹਨਾਂ ਡੰਗਰਾਂ ਵਾਸਤੇ 5 ਮੁਲਾਜ਼ਮ ਰੱਖੇ ਜੀ। ਕੀ ਤਨਖਾਹ ਦੇ ਰਹੇ ਹੋ ਉਹਨਾਂ ਨੂੰ? ਇਹਨਾਂ ਨੂੰ 20,000 ਰੁਪਇਆ ਤਨਖਾਹ ਦੇ ਰਹੇ 20,000 ਰੁਪਏ ਤਨਖਾਹ? ਜੀ। ਤੇ ਅੱਜ ਕੱਲ੍ਹ ਮੁਲਾਜ਼ਮਾਂ ਦਾ ਬੜਾ ਮਸਲਾ ਚੱਲ ਰਿਹਾ, ਕੀ ਸੂਰਤ ਹਾਲ ਹੈ? ਉਹ ਕਹਿੰਦੇ ਫਿਰ ਅਫੋਰਡ ਕਰਦੇਗਾ ਦੌੜ ਜਾਣ ਮੁਲਾਜ਼ਮ, ਤੇ ਕੀ ਕਰਦੇ ਹੋ ਫਿਰ? ਮੁਲਾਜ਼ਮ ਦੌੜ ਜਾਣ ਤੇ ਕੁਝ ਵੀ ਨਹੀਂ ਜਨਾਬ, ਉਹ ਸਾਡੇ ਤੋਂ ਵੀ ਮਾੜੇ ਹੁੰਦੇ ਨੇ, ਅਸੀਂ ਤੇ ਮਾੜੇ ਹੈ ਹੀ ਆ, ਉਹ ਸਾਡੇ ਤੋਂ ਵੀ ਮਾੜੇ ਨੇ ਵਿਚਾਰੇ, ਤੇ ਉਹ ਫਿਰ ਤੁਰ ਜਾਣ ਤੇ ਉਹਨਾਂ ਨੂੰ ਕੀ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਹ ਫਿਰ ਫਰਕ ਅੱਗੇ 1-2 ਜਿਹੜਾ ਮੁਲਾਜ਼ਮ ਚਲਾ ਗਿਆ, ਉਹ ਇੱਕ ਕੱਲ ਲੱਖ ਰੁਪਇਆ ਪੇਸ਼ ਕੀ ਸੀ, ਇਹ ਕੱਲ 50-60 ਹਜ਼ਾਰ ਰੁਪਇਆ ਸੀ, ਤੇ ਉਹ ਉਹਨਾਂ ਨੂੰ 2-3 ਦਫਾ ਫੜਿਆ, ਪੁੱਛਿਆ ਗਿੱਛਿਆ, ਤੇ ਉਹ ਕੁਝ ਨਹੀਂ ਬਣਿਆ, ਨਹੀਂ ਉਹਨਾਂ ਦਿੱਤੇ, ਤਾਂ ਕੋਈ ਗੱਲ ਨਹੀਂ, ਉਹਨਾਂ ਨੂੰ ਛੱਡ ਦਿੱਤਾ। ਮਾਸ਼ਾਅੱਲਾ ਤੁਸੀਂ ਕਾਫੀ ਅੱਛੀ ਤੇ ਕੀਮਤੀ ਗੱਲਾਂ ਦੱਸੀਆਂ ਨੇ। ਜਿਹੜੇ ਭਾਈ ਆ ਵੀਡੀਓ ਵੇਖ ਕੇ ਆ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦੋਗੇ? ਮੈਂ ਤੇ ਇਹੀ ਮਸ਼ਵਰਾ ਦਾਂਦਾ ਉਹਨਾਂ ਨੂੰ
ਕਿ ਬਾਹਰ ਜਾਣ ਨਾਲੋਂ ਬਿਹਤਰ ਹੈ ਕਿ ਆਪਣੇ ਮੁਲਕ 'ਚ ਮੱਝਾਂ ਰੱਖ ਲਓ ਤੇ ਉਹ ਹੀ ਬਿਹਤਰ ਨੇ, ਕਿਉਂਕਿ ਬਾਹਰ ਪ੍ਰਦੇਸ਼ ਵੀ ਕੱਟਣਾ ਹੈ ਤੇ ਉਹ ਉੱਤੇ 35-40 ਹਜ਼ਾਰ ਰੁਪਇਆ ਤਨਖਾਹ ਲੈ ਕੇ ਤੇ ਉਹਦੇ 'ਚੋਂ ਖਰਚੇ ਵੀ ਕਰਨੇ ਨੇ, ਖਾਣਾ ਵੀ ਹੈ ਤੇ ਵਾਪਸ ਘੱਲਣੇ ਨੇ, 18-20 ਹਜ਼ਾਰ ਰੁਪਇਆ ਵਾਪਸ ਘੱਲਦੇ ਨੇ ਤੇ ਉਹਦੇ 'ਚ ਘਰ ਦੇ ਵੀ ਪਰੇਸ਼ਾਨ, ਉੱਥੇ ਵਾਲਾ ਵੀ ਪਰੇਸ਼ਾਨ। ਇਹਦੇ 'ਚ ਇਹ ਵੇ ਕਿ ਨਾ ਘਰ ਦੇ ਪਰੇਸ਼ਾਨ ਤੇ ਨਾ ਆਪ ਹੀ ਪਰੇਸ਼ਾਨ, ਘਰ ਦਾ ਘਰ ਤੇ ਆਪਣੇ ਮੁਲਕ ਦਾ ਵਿੱਚ ਕੋਈ ਨਾ ਮੁਸ਼ਕਲਾਤ ਬਣਦੀ ਹੈ ਆਉਣ ਜਾਣ ਦੀ, ਇੱਥੇ ਬਿਹਤਰ ਹੈ ਬਹੁਤ। ਜ਼ਿੰਦਾਬਾਦ ਜੀ ਜ਼ਿੰਦਾਬਾਦ। ਬਹੁਤ ਸ਼ੁਕਰੀਆ ਭਾਈ ਜਾਨ, ਤੁਹਾਡੀ ਗੁਫ਼ਤਗੂ ਦਾ ਮਜ਼ਾ ਆਇਆ। ਅੱਲਾ ਹਾਫਿਜ਼।